हाँ जी, सब तो पहला स्वागत है तुहाडा लर्न विद दीप चैनल विच। ਅਸੀਂ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਕਲਾਸ 6 ਦਾ 9th ਚੈਪਟਰ ਲਿਵਿੰਗ ਆਰਗੈਨਿਜ਼ਮਸ ਐਂਡ देयर ਸਰਾਊਂਡਿੰਗ ਸਟਾਰਟ ਕੀਤਾ ਸੀਗਾ, ਜਿਹਦੇ ਵਿੱਚ ਅਸੀਂ ਪੜ੍ਹਿਆ ਸੀ ਵੀ ਜਿਹੜੇ ਪਲਾਂਟਸ ਹੁੰਦੇ ਨੇ ਤੇ ਐਨੀਮਲਸ ਹੁੰਦੇ ਨੇਗੇ ਉਹ ਡਿਫਰੈਂਟ ਪਲੇਸਿਸ ਤੇ ਡਿਫਰੈਂਟ ਪਲਾਂਟਸ ਹੁੰਦੇ ਨੇ, ਡਿਫਰੈਂਟ ਐਨੀਮਲਸ ਹੁੰਦੇ ਨੇਗੇ ਤੇ ਉਹ ਆਪਣੇ ਆਪ ਨੂੰ ਉਸ ਜਗ੍ਹਾ ਤੇ ਰਹਿਣ ਦੇ ਕਿਵੇਂ ਅਨੁਕੂਲ ਬਣਾਉਂਦੇ ਨੇਗੇ, ਕਿਵੇਂ ਅਡੈਪਟੇਸ਼ਨਸ ਆਉਂਦੇ ਨੇ ਉਹਨਾਂ ਵਿੱਚ, ਉਹ ਅਸੀਂ ਪੜ੍ਹਿਆ ਸੀਗਾ। ਅੱਜ ਅਸੀਂ ਅੱਗੇ ਕੰਟੀਨਿਊ ਕਰ ਰਹੇ ਹਾਂ ਇਸ ਚੈਪਟਰ ਨੂੰ। ਸਭ ਤੋਂ ਪਹਿਲਾਂ ਜਿਹੜੇ ਸਟੂਡੈਂਟਸ ਫਸਟ ਟਾਈਮ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ ਉਹਨਾਂ ਨੂੰ ਰਿਕੁਐਸਟ ਹੈ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ, ਅਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਫਰੈਂਡਸ ਨਾਲ ਸ਼ੇਅਰ ਕਰਨਾ। ਚਲੋ ਜੀ ਸਟਾਰਟ ਕਰ ਦਿਆਂਗੇ। ਅੱਜ ਆਪਾਂ ਪੜ੍ਹਨਾਗਾ ਅ ਜਰਨੀ ਥਰੂ ਡਿਫਰੈਂਟ ਹੈਬੀਟੇਟਸ। ਅਸੀਂ ਜਿਹੜੇ ਵੱਖ-ਵੱਖ ਆਵਾਸ ਨੇ ਉਹਨਾਂ ਨੂੰ ਪੜ੍ਹਨਾ ਗਾ। ਅਤੇ ਸਭ ਤੋਂ ਪਹਿਲਾਂ ਅਸੀਂ ਡੈਜ਼ਰਟਸ ਤੋਂ ਸਟਾਰਟ ਕਰ ਦੇਂਗੇ। ਟੈਰਸਟਰੀਅਲ ਹੈਬੀਟੈਟਸ ਕਿਹੜੇ ਹੁੰਦੇ ਨੇ ਜਿਹੜੇ ਜ਼ਮੀਨ 'ਤੇ ਰਹਿੰਦੇ ਨੇ, ਉਹਦੇ 'ਚ ਸਭ ਤੋਂ ਪਹਿਲੀ ਪਲੇਸ ਹੈਗੀ ਡੈਜ਼ਰਟਸ ਕਿੰਨੇ ਜੀ ਮਾਰੂਥਲ ਇਲਾਕੇ 'ਚ ਕਿੱਦਾਂ ਦੇ ਜਿਹੜੇ ਜੀਵ ਨੇ ਜਾਂ ਪਲਾਂਟਸ ਰਹਿੰਦੇ ਨੇ ਉਹਦੇ ਬਾਰੇ ਅਸੀਂ ਸਟਾਰਟ ਕਰ ਦਿਆਂਗੇ। We discussed the abiotic factors of our desert and the adaptations in camels or to these। ਕਹਿੰਦੇ ਅਸੀਂ ਡਿਸਕਸ ਕੀਤਾ ਸੀ ਇਸ ਚੈਪਟਰ ਵਿੱਚ ਪਹਿਲਾਂ ਵੀ ਜਿਹੜੇ ਉੱਥੇ ਜਿਹੜੇ ਡੈਜ਼ਰਟਸ ਹੁੰਦੇ ਨੇਗੇ ਉਹਦੇ 'ਚ ਕਿੱਦਾਂ ਜਿਹੜੇ ਕੈਮਲਸ ਹੁੰਦੇ ਨੇਗੇ ਉਹ ਆਪਦੇ ਆਪ ਨੂੰ ਅਨੁਕੂਲ ਬਣਾਉਂਦੇ ਨੇ। ਅਸੀਂ ਪੜ੍ਹੇ ਸੀ ਉਹਨਾਂ ਦੀ ਲੈਗਸ ਜ਼ਿਆਦਾ ਲੰਬੀਆਂ ਹੁੰਦੀਆਂ ਨੇਗੀਆਂ, ਉਹ ਪਾਣੀ ਸਟੋਰ ਕਰਕੇ ਰੱਖ ਸਕਦੇ ਹੁੰਦੇ ਨੇਗੇ। ਅਤੇ ਵਾਟ ਅਬਾਊਟ ਅਦਰ ਐਨੀਮਲਸ ਐਂਡ ਪਲਾਂਟਸ ਦੈਟ ਆਰ ਫਾਊਂਡ ਇਨ ਡੈਜ਼ਰਟਸ। ਕਹਿੰਦੇ ਅਸੀਂ ਕੈਮਲਸ ਬਾਰੇ ਤਾਂ ਪੜ੍ਹ ਲਿਆ ਸੀਗਾ, ਪਰ ਜਿਹੜੇ ਹੋਰ ਐਨੀਮਲਸ ਨੇਗੇ ਕੈਮਲਸ ਤੋਂ ਬਿਨਾਂ ਜਿਵੇਂ ਪਲਾਂਟਸ ਹੋ ਗਏ ਜਾਂ ਹੋਰ ਐਨੀਮਲਸ ਹੋ ਗਈ, ਉਹ ਕਿਵੇਂ ਉਸ ਜਗ੍ਹਾ 'ਤੇ ਰਹਿੰਦੇ ਨੇਗੇ, ਆਪਣੇ ਆਪ ਨੂੰ ਉਸ ਜਗ੍ਹਾ 'ਤੇ ਕਿਵੇਂ ਅਡੈਪਟ ਕਰਦੇ ਨੇ ਜਾਂ ਕਿਵੇਂ ਅਨੁਕੂਲ ਬਣਾਉਂਦੇ ਨੇਗੇ, ਉਹਨਾਂ ਬਾਰੇ ਪੜ੍ਹਨਾ ਸੀ। ਡੂ ਦੇ ਹੈਵ ਦ ਸੇਮ ਕਾਈਂਡ ਆਫ ਅਡੈਪਟੇਸ਼ਨਸ। ਕੀ ਕਹਿੰਦੇ ਉਹਨਾਂ ਵਿੱਚ ਵੀ ਸਾਰੇ ਸੇਮ ਤਰ੍ਹਾਂ ਦੇ ਅਨੁਕੂਲ ਮਤਲਬ ਗੁਣ ਹੁੰਦੇ ਨੇ ਜਾਂ ਫੀਚਰਸ ਹੁੰਦੇ ਨੇਗੇ। ਜਿਵੇਂ ਅਸੀਂ ਉਹ 'ਤੇ ਦੇਖਿਆ ਸੀ ਵੀ ਜਿਹੜੇ ਕੈਮਲਸ ਉਹਨਾਂ ਦੀ ਲੈਗਸ ਲੰਬੀਆਂ ਹੁੰਦੀਆਂ ਨੇ, ਪਰ ਜ਼ਰੂਰੀ ਤਾਂ ਜਿਹੜੇ ਵੀ ਐਨੀਮਲਸ ਰਹਿੰਦੇ ਨੇ ਡੈਜ਼ਰਟ ਵਿੱਚ ਸਾਰਿਆਂ ਦੀਆਂ ਜਿਹੜੀਆਂ ਲੈਗਸ ਹੋਣ ਉਹ ਲੰਬੀਆਂ ਹੋਣ। ਦੇਅਰ ਆਰ ਡੈਜ਼ਰਟ ਐਨੀਮਲਸ ਲਾਈਕ ਰੈਟਸ ਐਂਡ ਸਨੇਕਸ ਵਿਚ ਡੂ ਨਾਟ ਹੈਵ ਦ ਲੌਂਗ ਲੈਗਸ ਦੈਟ ਦ ਕੈਮਲ ਹੈਜ਼। ਹੁਣ ਕਹਿੰਦੇ ਜਿਵੇਂ ਹੋਰ ਜਿਹੜੇ ਡੈਜ਼ਰਟ ਐਨੀਮਲ ਹੋ ਗਏ ਜਿਵੇਂ ਰੈਟਸ ਹੋ ਗਈ, ਸਨੇਕ ਹੋ ਗਏ, ਇਹ ਕੀ ਹੁੰਦੇ ਨੇਗੇ, ਇਹ ਵੀ ਡੈਜ਼ਰਟ 'ਚ ਰਹਿੰਦੇ ਨੇ, ਬਟ ਇਹਨਾਂ ਜਿਹੜੀਆਂ ਲੱਤਾਂ ਹੁੰਦੀਆਂ ਨੇ ਲੈਗਸ ਹੁੰਦੀਆਂ ਨੇ ਉਹ ਕੈਮਲਸ ਦੀ ਤਰ੍ਹਾਂ ਲੰਬੀਆਂ ਨਹੀਂ ਹੁੰਦੀਆਂ ਗੀਆਂ। ਟੂ ਸਟੇ ਅਵੇ ਫਰੋਮ ਦ ਇੰਟੈਂਸ ਹੀਟ ਡਿਊਰਿੰਗ ਦ ਡੇ ਦੇ ਸਟੇ ਇਨ ਬੁਰੋਜ਼ ਡੀਪ ਇਨ ਦ ਸੈਂਡ। ਹੁਣ ਇਹ ਆਪਣੇ ਆਪ ਨੂੰ ਜਿਹੜੀ ਹੀਟ ਹੈਗੀ ਗਰਮੀ ਹੁੰਦੀ ਆ ਮਾਰੂਥਲ ਦੇ ਵਿੱਚ ਉਹ ਤੋਂ ਕਿਵੇਂ ਬਚਾਉਂਦੇ ਨੇਗੇ। ਇਹ ਕੱਚ ਰਹਿੰਦੇ ਨੇ ਬੁਰੋਜ਼ ਦੇ ਵਿੱਚ। ਬੁਰੋਜ਼ ਕੀ ਹੁੰਦੀਆਂ ਨੇਗੀਆਂ ਖੁੱਡਾਂ। ਇਹ ਬਹੁਤ ਜ਼ਿਆਦਾ ਡੂੰਘੀਆਂ ਜ਼ਮੀਨ ਦੇ ਵਿੱਚ ਖੁੱਡਾਂ ਬਣਾਉਂਦੇ ਨੇ ਜਿਹਦੇ 'ਚ ਰਹਿੰਦੇ। ਆਪਾਂ ਨੂੰ ਫਿਗਰ ਦਿਖਾਈ ਗਈ ਕਿ 9.4, ਜਿਵੇਂ ਆਪਾਂ ਦੇਖ ਸਕਦੇ 9.4 ਫਿਗਰ ਦੇ ਵਿੱਚ। ਇਹਦੇ ਵਿੱਚ ਕੀ ਹੈ ਜਿਵੇਂ ਰੈਟ ਹੋ ਗਿਆ ਜਾਂ ਸਨੇਕ ਹੋ ਗਿਆ, ਇਹ ਕਾਹਦੇ ਵਿੱਚ ਬੈਠੇ ਨੇਗੇ ਖੁੱਡਾਂ 'ਚ ਨੇਗੇ। ਇਹਨਾਂ ਨੇ ਕਾਫੀ ਡੂੰਘੇ ਖੁੱਡਾਂ ਬਣਾਈਆਂ ਨੇਗੀਆਂ ਅਤੇ ਜਿਹੜੀ ਇਹਦੇ ਵਿੱਚ ਕੀ ਹੈ ਕਿ ਉਹ ਸੋਇਲ ਤੋਂ ਕਾਫੀ ਹੀਟ ਜਿਹੜੀ ਸੀਗੀ ਉਹਦੇ ਨੀਚੇ ਰਹਿੰਦੇ ਨੇਗੇ। These animals come out only during the night when it is cooler। ਹੁਣ ਇਹ ਬਾਹਰ ਕਦੋਂ ਸਾਰਾ ਦਿਨ ਮਤਲਬ ਇਹ ਖੁੱਡ 'ਚ ਹੀ ਰਹਿੰਦੇ ਨੇ। ਬਾਹਰ ਕਦੋਂ ਆਉਂਦੇ ਨੇ ਰਾਤ ਨੂੰ, ਜਦੋਂ ਕੀ ਹੁੰਦਾ ਗਾ ਠੰਡ ਹੁੰਦੀ ਆ ਉਸ ਟਾਈਮ, ਕਿਉਂਕਿ ਜਿਹੜਾ ਡੈਜ਼ਰਟ ਹੁੰਦਾ ਗਾ ਉਹ ਦਿਨੇ ਗਰਮ ਹੁੰਦਾ ਅਤੇ ਰਾਤ ਨੂੰ ਠੰਡਾ ਹੁੰਦਾ। ਜਦੋਂ ਰਾਤ ਨੂੰ ਠੰਡ ਹੁੰਦੀ ਆ ਉਸ ਟਾਈਮ 'ਤੇ ਜਿਹੜੇ ਐਨੀਮਲਸ ਨੇ ਇਹ ਬਾਹਰ ਨਿਕਲਦੇ ਨੇ। ਸ਼ੋਜ਼ ਸਮ ਟਿਪੀਕਲ ਪਲਾਂਟਸ ਦੈਟ ਗਰੋ ਇਨ ਅ ਡੈਜ਼ਰਟ। ਆਪਾਂ ਨੂੰ 9.5 ਫਿਗਰ ਦਿੱਤੀ ਗਈ ਜਿਹਦੇ 'ਚ ਆਪਾਂ ਨੂੰ ਕੁਛ ਪਲਾਂਟਸ ਦਿਖਾਏ ਨੇ ਵੀ ਕਿਹੜੇ ਜਿਹੜੇ ਪਲਾਂਟਸ ਹੁੰਦੇ ਨੇ ਡੈਜ਼ਰਟ ਵਿੱਚ ਗਰੋ ਕਰਦੇ ਨੇਗੇ। ਹਾਊ ਆਰ ਦਿਸ ਅਡੈਪਟਡ ਟੂ ਦ ਡੈਜ਼ਰਟ। ਹੁਣ ਕਹਿੰਦੇ ਇਹ ਕਿਵੇਂ ਇਹਨਾਂ ਨੇ ਆਪਣੇ ਆਪ ਨੂੰ ਡੈਜ਼ਰਟ ਵਿੱਚ ਰਹਿਣ 'ਤੇ ਅਨੁਕੂਲ ਬਣਾਇਆ। ਇਹਦੇ ਲਈ ਅਸੀਂ ਐਕਟੀਵਿਟੀ 3 ਕਰ ਦਿਆਂਗੇ। ਬ੍ਰਿੰਗ ਅ ਪੋਟਡ ਕੈਕਟਸ ਐਂਡ ਅ ਲੀਫੀ ਪਲਾਂਟ ਟੂ ਦ ਕਲਾਸਰੂਮ। ਕਹਿੰਦੇ ਇੱਕ ਕੈਕਟਸ ਕਿਹੜਾ ਇੱਕ ਕੈਕਟਸ ਪਲਾਂਟ ਹੈਗਾ ਜਿਹੜਾ ਕਿ ਡੈਜ਼ਰਟਸ ਵਿੱਚ ਹੁੰਦਾ ਗਾ। ਕਹਿੰਦੇ ਇੱਕ ਗਮਲੇ 'ਚ ਲੱਗਿਆ ਹੋਇਆ ਕੈਕਟਸ ਲੈ ਕੇ ਆਓ ਅਤੇ ਇੱਕ ਲੀਫੀ ਜਿਹੜਾ ਪੱਤਿਆਂ ਵਾਲਾ ਪਲਾਂਟ ਲੈ ਕੇ ਆਓ। ਟਾਈ ਪੋਲੀਥੀਨ ਬੈਗਸ ਟੂ some parts of the two plants as was done for activity 4 in chapter 7 where we studied transpiration in plants। ਜਿਵੇਂ ਅਸੀਂ 7 ਚੈਪਟਰ ਵਿੱਚ ਟਰਾਂਸਪੀਰੇਸ਼ਨ ਪ੍ਰੋਸੈਸ ਦੇ ਲਈ ਇੱਕ ਐਕਟੀਵਿਟੀ ਕੀਤੀ ਸੀਗੀ, ਜਿਵੇਂ ਅਸੀਂ ਉਹਦੇ 'ਚ ਕੀਤੀ ਸੀ। ਕਹਿੰਦੇ ਉਵੇਂ ਤਰ੍ਹਾਂ ਵੀ ਜਿਹੜੀ ਪਲਾਂਟਸ ਜਿਹੜੇ ਆਪਾਂ 2 ਪਲਾਂਟਸ ਲਿੱਤੇ ਗਏ ਇਹਨਾਂ ਦੀ ਜਿਹੜੀਆਂ ਕੋਈ ਜਿਹੜੇ 2 ਪਾਰਟਸ ਨੇ ਉਹਨਾਂ ਨੂੰ ਪੋਲੀਥੀਨ ਦੇ ਨਾਲ ਕੀ ਕਰ ਦਿਓ ਬੰਨ੍ਹ ਦਿਓ। ਲੀਵ ਦ ਪੋਟਡ ਪਲਾਂਟਸ ਇਨ ਦ ਸਨ ਐਂਡ ਓਬਜ਼ਰਵ ਆਫਟਰ ਅ ਫਿਊ ਆਵਰਸ। ਉਹਨੂੰ ਥੋੜ੍ਹਾ ਟਾਈਮ ਧੁੱਪ 'ਚ ਪਏ ਰਹਿਣ ਦਿਓ ਦੋਨੇ ਪਲਾਂਟਸ ਨੂੰ, ਅਤੇ ਥੋੜ੍ਹੇ ਕਿੰਨੇ ਘੰਟਿਆਂ ਬਾਅਦ ਦੇਖੋ। ਬਟ ਡੂ ਯੂ ਸੀ ਕਿ ਤੁਸੀਂ ਕੀ ਦੇਖਿਆ ਥੋੜ੍ਹੇ ਘੰਟਿਆਂ ਬਾਅਦ ਕੀ ਹੋਇਆ। ਡੂ ਯੂ ਨੋਟਿਸ ਐਨੀ ਡਿਫਰੈਂਸ ਇਨ ਦ ਅਮਾਊਂਟ ਆਫ ਵਾਟਰ ਕਲੈਕਟਡ ਔਨ ਦ 2 ਪੋਲੀਥੀਨ ਬੈਗਸ। ਅਸੀਂ ਕੀ ਜਿਹੜੀ ਆਪਾਂ ਐਕਟੀਵਿਟੀ 7 ਚੈਪਟਰ 'ਚ ਕੀਤੀ ਸੀ ਉਹ 'ਚ ਅਸੀਂ ਕੀ ਦੇਖੇ ਜਿਹੜੇ ਲੀਵਸ ਹੁੰਦੇ ਨੇਗੇ
ਉਹ ਆਪਣੇ ਜਿਹੜਾ ਪਾਣੀ ਹੈਗਾ ਉਹਨੂੰ ਵੈਪੋਰੇਟ ਕਰ ਦਿੰਦੇ, ਪਾਣੀ ਛੱਡ ਦਿੰਦੇ ਹੈਗੇ। ਹੁਣ ਜਿਹੜੇ ਆਪਾਂ 2 ਪਲਾਂਟ ਲਏ ਆ, ਕਹਿੰਦੇ ਇਹਨਾਂ ਤੁਸੀਂ ਦੇਖੋ ਇਹਨਾਂ 'ਚ ਪਾਣੀ ਛੱਡਣ 'ਚ ਕੋਈ ਡਿਫਰੈਂਸ ਹੈਗਾ ਵੀ ਕਿਸੇ ਨੇ ਘੱਟ ਪਾਣੀ ਜਿਹੜਾ ਵੈਪੋਰੇਟ ਕੀਤਾ ਹੋਵੇ, ਕਿਸੇ ਨੇ ਜ਼ਿਆਦਾ ਕੀਤਾ ਹੋਵੇ। ਹੁਣ ਜਿਹੜਾ ਤਾਂ ਹੈ ਕੈਕਟਸ, ਉਹਨੇ ਕੀ ਆ ਪਾਣੀ ਜਿਹੜਾ ਉਹ ਜਿਹੜੇ ਡੈਜ਼ਰਟ ਇਹਨੂੰ ਜਿਹੜੇ ਪਲਾਂਟਸ ਹੁੰਦੇ ਨੇਗੇ ਉਹ ਬਹੁਤ ਹੀ ਘੱਟ ਜਿਹੜਾ ਵਾਟਰ ਲੂਜ਼ ਕਰਦੇ ਨੇਗੇ, ਅਤੇ ਜਿਹੜਾ ਦੂਸਰਾ ਸੀ ਲੀਫੀ ਉਹਨੇ ਕੀ ਕੀਤਾ, ਜ਼ਿਆਦਾ ਕੀਤਾ। ਡੈਜ਼ਰਟ ਪਲਾਂਟਸ ਲੂਜ਼ ਵੈਰੀ ਲਿਟਲ ਵਾਟਰ ਥਰੂ ਟਰਾਂਸਪੀਰੇਸ਼ਨ। ਜਿਹੜੇ ਹੁਣ ਡੈਜ਼ਰਟ ਪਲਾਂਟਸ ਹੁੰਦੇ ਨੇ ਕਹਿੰਦੇ ਉਹ ਬਹੁਤ ਹੀ ਜ਼ਿਆਦਾ ਥੋੜ੍ਹਾ ਪਾਣੀ ਹੈਗਾ ਟਰਾਂਸਪੀਰੇਸ਼ਨ ਦੇ ਰਾਹੀਂ ਉਹ ਕਰਦੇ ਨੇ, ਲੂਜ਼ ਕਰਦੇ ਨੇ। ਟਰਾਂਸਪੀਰੇਸ਼ਨ ਕੀ, ਜਿਹੜਾ ਪੱਤੇ ਪਾਣੀ ਛੱਡਦੇ ਨੇ ਬਾਹਰ ਉਹਨੂੰ ਕਹਿੰਦੇ ਟਰਾਂਸਪੀਰੇਸ਼ਨ, ਬਾਸ਼ਪਣ। The leaves in desert plants are either absent, very small, or they are present in the shape of spines। ਕਹਿੰਦੇ ਜਾਂ ਤਾਂ ਲੀਵਸ ਹੁੰਦੇ ਨਹੀਂਗੇ ਵੀ ਜਿਹੜੇ ਲੀਵਸ ਹੁੰਦੇ ਨੇਗੇ, ਮਤਲਬ ਡੈਜ਼ਰਟ ਜਿਹੜੇ ਵੀ ਪੌਦੇ ਹੁੰਦੇ ਨੇਗੇ, ਜਾਂ ਤਾਂ ਕਹਿੰਦੇ ਉਹਨਾਂ 'ਚ ਲੀਵਸ ਹੁੰਦੇ ਨਹੀਂਗੇ, ਜੇ ਹੁੰਦੇ ਤਾਂ ਬਹੁਤ ਜ਼ਿਆਦਾ ਛੋਟੇ ਹੁੰਦੇ ਹੈਗੇ, ਅਤੇ ਜੇ ਕਹਿੰਦੇ ਜੇ ਨਹੀਂ ਤਾਂ ਫਿਰ ਉਹ ਕੰਡਿਆਂ ਵਾਲੇ ਹੁੰਦੇ ਹੈਗੇ ਲੀਵਸ ਹੁੰਦੇ ਜਿਹੜੇ ਉਹਨਾਂ ਦੇ। These help in reducing loss of water from the leaves through transpiration। ਹੁਣ ਜਿਹਦੇ ਕਰਕੇ ਕੀ ਹੁੰਦਾ ਗਾ, ਬਹੁਤ ਜ਼ਿਆਦਾ ਘੱਟ ਜਿਹੜਾ ਪਾਣੀ ਉਹਨਾਂ 'ਚੋਂ ਟਰਾਂਸਪੀਰੇਸ਼ਨ ਹੁੰਦੀ, ਬਹੁਤ ਜ਼ਿਆਦਾ ਘੱਟ ਹੁੰਦੀ ਹੈ ਪਾਣੀ, ਕਿਉਂਕਿ ਮਾਰਸ ਵਿੱਚ ਪਾਣੀ ਘੱਟ ਹੁੰਦਾ ਗਾ, ਤਾਂ ਕਰਕੇ ਉਹਦੇ ਪੌਦੇ ਵੀ ਇਸ ਤਰ੍ਹਾਂ ਨਹੀਂ ਹੁੰਦੇ ਜਿਹੜਾ ਘੱਟ ਪਾਣੀ ਵੈਪੋਰੇਟ ਕਰਦੇ ਹੈਗੇ, ਟਰਾਂਸਪੀਰੇਸ਼ਨ ਘੱਟ ਕਰਦੇ ਆ। ਦ ਲੀਫ ਲਾਈਕ ਸਟਰਕਚਰ ਯੂ ਸੀ ਇਨ ਕੈਕਟਸ ਇਨਫੈਕਟ ਇਟ ਸਟੈਮ। ਅਸੀਂ ਕਹਿੰਦੇ ਕੈਕਟਸ ਦੀ ਫਿਗਰ ਦੇਖੀ ਹੈਗੀ 9.5 ਦੇ ਵਿੱਚ, ਇਹਦੇ ਵਿੱਚ ਇੱਕ ਨੂੰ ਲੀਫ ਦੇ ਲੀਫ ਪੱਤਿਆਂ ਵਰਗੀ ਸਟਰਕਚਰ ਦਿਸ ਰਹੀ ਹੈਗੀ ਕੈਕਟਸ ਦੇ ਟਰੀ ਦੇ ਵਿੱਚ। ਐਕਚੁਅਲੀ ਕਹਿੰਦੇ ਪੱਤੇ ਨਹੀਂ ਹੈਗੇ, ਇਹ ਇਸ ਟਰੀ ਦੀ ਸਟੈਮ ਆ ਗਈ, ਤਣਾ ਗਾ ਇਹ। ਫੋਟੋਸਿੰਥਸਿਸ ਇਨ ਦੀਜ਼ ਪਲਾਂਟਸ ਇਜ਼ ਯੂਜ਼ਲੀ ਕੈਰੀਡ ਆਊਟ ਬਾਈ ਦ ਸਟੈਮਸ। ਹੁਣ ਜਿਹੜੇ ਆਪਾਂ ਦੇਖਿਆ ਸੀ ਜਿਹੜੇ ਲੀਵਸ ਹੁੰਦੇ ਨੇਗੇ ਉਹ ਫੋਟੋਸਿੰਥਸਿਸ ਕਰਦੇ ਨੇਗੇ, ਖਾਣਾ ਬਣਾਉਂਦੇ ਨੇਗੇ ਪਲਾਂਟ ਦੇ ਲਈ। ਹੁਣ ਜਿਹੜੇ ਡੈਜ਼ਰਟ ਵਿੱਚ ਪਲਾਂਟਸ ਹੁੰਦੇ ਨੇਗੇ ਉਹਦੇ ਵਿੱਚ ਕੀ ਹੁੰਦਾ, ਕਈਆਂ 'ਚ ਲੀਵਸ ਹੁੰਦੇ ਨਹੀਂ ਅਤੇ ਕਈ ਹੁੰਦੇ ਬਹੁਤ ਜ਼ਿਆਦਾ ਛੋਟੇ ਹੁੰਦੇ ਜਾਂ ਸਪਾਈਨਸ ਵਾਲੇ ਮਤਲਬ ਕੰਡਿਆਂ ਵਾਲੇ ਹੁੰਦੇ ਗੀ। ਫਿਰ ਇਹ ਜਿਹੜੀ ਫੋਟੋਸਿੰਥਸਿਸ ਕਰਦੇ ਨੇ ਸਟੈਮਰਾਂ ਨਾਲ, ਫੋਟੋਸਿੰਥਸਿਸ ਕਰਦੇ ਆਪਣੇ ਤਣੇ ਨਾਲ ਆਪਣਾ ਖਾਣਾ ਤਿਆਰ ਕਰਦੇ ਨੇਗੇ। ਦ ਸਟੈਮ ਇਜ਼ ਆਲਸੋ ਕਵਰਡ ਵਿਦ ਅ ਥਿਕ ਵੈਕਸੀ ਲੇਅਰ ਵਿਚ ਹੈਲਪ ਟੂ ਰਿਟੇਨ ਵਾਟਰ। ਇਹਦੀ ਇੱਕ ਜਿਹੜੀ ਸਟੈਮ ਹੁੰਦੀ ਉਹਦੇ ਬਹੁਤ ਮੋਟੀ ਪਰਤ ਹੁੰਦੀ ਹੈਗੀ, ਜਿਹਦੇ ਨਾਲ ਕੀ ਕਰਦੇ ਨੇ ਇਹ ਪਾਣੀ ਨੂੰ ਕੀ ਕਰਦੇ ਨੇਗੇ ਉੱਥੇ ਸਟੋਰ ਕਰਕੇ ਰੱਖਦੇ ਨੇਗੇ। ਮੋਸਟ ਡੈਜ਼ਰਟ ਪਲਾਂਟਸ ਹੈਵ ਰੂਟਸ ਦੈਟ ਗੋ ਵੈਰੀ ਡੀਪ ਇਨ ਦ ਸੋਇਲ ਫਾਰ ਅਬਜ਼ਰਵਿੰਗ ਵਾਟਰ। ਕਈ ਜਿਹੜੇ ਪਲਾਂਟਸ ਹੁੰਦੇ ਨੇਗੇ ਡੈਜ਼ਰਟ ਵਿੱਚ ਉਹਨਾਂ ਦੇ ਰੂਟਸ ਨੇ ਬਹੁਤ ਜ਼ਿਆਦਾ ਡੂੰਘੇ ਚਲੇ ਜਾਂਦੇ ਨੇ, ਉੱਥੋਂ ਉਹ ਪਾਣੀ ਕੀ ਕਰਦੇ ਨੇ ਅਬਜ਼ਰਵ ਕਰਦੇ ਨੇ। ਇਸ ਤਰ੍ਹਾਂ ਅਸੀਂ ਕੀ ਦੇਖਿਆ ਵੀ ਕਿਵੇਂ ਡਿਫਰੈਂਟ ਜਿਹੜੇ ਡੈਜ਼ਰਟ ਵਿੱਚ ਪਲਾਂਟਸ ਹੁੰਦੇ ਨੇਗੇ ਉਹ ਦੂਸਰੇ ਪਲਾਂਟਸ ਨਾਲੋਂ ਕਿਵੇਂ ਡਿਫਰੈਂਟ ਨੇਗੇ। ਉਹ ਕੀ ਹੁੰਦੇ ਨੇਗੇ, ਆਪਣਾ ਜਿਹੜੇ ਉਹਨਾਂ ਦੇ ਪੱਤੇ ਜਿਹੜੇ ਛੋਟੇ ਹੁੰਦੇ ਨੇਗੇ ਜਾਂ ਹੁੰਦੇ ਨਹੀਂ ਹੈਗੇ, ਅਤੇ ਉਹਨਾਂ ਦੀ ਸਟੈਮ ਆ ਜਿਹੜੀ ਉਹ ਫੋਟੋਸਿੰਥਸਿਸ ਕਰਦੀ ਹੈਗੀ, ਅਤੇ ਕਈਆਂ ਜਿਹੜੀਆਂ ਰੂਟਸ ਹੁੰਦੇ ਨੇਗੇ ਉਹ ਜ਼ਿਆਦਾ ਡੂੰਘੀਆਂ ਹੁੰਦੀਆਂ ਨੇ। ਉਸ ਤੋਂ ਗੱਲ ਕਰਦੇ ਹਾਂ ਮਾਊਂਟੇਨ ਰੀਜਨਸ ਦੀ, ਜਿਹੜੇ ਪਹਾੜੀ ਇਲਾਕੇ ਹੁੰਦੇ ਨੇਗੇ ਉਹਨਾਂ ਦੇ ਵਿੱਚ ਕੀ ਹੁੰਦਾ ਗਾ, ਕਿੱਦਾਂ ਦੇ ਐਨੀਮਲਸ ਜਾਂ ਪਲਾਂਟਸ ਹੁੰਦੇ ਆ। ਦੀਜ਼ ਹੈਬਿਟੇਟਸ ਆਰ ਨੋਰਮਲੀ ਵੈਰੀ ਕੋਲਡ ਐਂਡ ਵਿੰਡੀ। ਹੁਣ ਜਿਹੜੇ ਇੱਥੋਂ ਦੇ ਆਵਾਸ ਹੁੰਦਾ, ਹੈਬਿਟੇਟ ਕਹਿੰਦਾ ਆਵਾਸ, ਜਿੱਥੇ ਐਨੀਮਲ ਪਲਾਂਟਸ ਰਹਿੰਦੇ ਨੇਗੇ, ਉਹ ਕਹਿੰਦੇ ਬਹੁਤ ਜ਼ਿਆਦਾ ਠੰਡਾ ਇਲਾਕਾ ਹੁੰਦਾ ਮਾਊਂਟੇਨਸ ਦੇ ਵਿੱਚ, ਅਤੇ ਕਾਫੀ ਜ਼ਿਆਦਾ ਹਵਾ ਚੱਲਦੀ ਹੁੰਦੀ ਆ। ਇਨ ਸਮ ਏਰੀਆਜ਼ ਸਨੋਫਾਲ ਮੇ ਟੇਕ ਪਲੇਸ ਇਨ ਵਿੰਟਰਸ। ਕਈ ਏਰੀਆ ਵਿੱਚ ਕੀ ਹੁੰਦਾ ਗਾ, ਜਿਹੜੀ ਬਰਫ਼ ਉਹ ਡਿੱਗਦੀ ਰਹਿੰਦੀ ਹੈ ਸਰਦੀਆਂ ਦੇ ਵਿੱਚ। ਦੇਰ ਇਜ਼ ਲਾਰਜ ਵੈਰਾਈਟੀ ਆਫ ਪਲਾਂਟਸ ਐਂਡ ਐਨੀਮਲਸ ਲਿਵਿੰਗ ਇਨ ਦ ਮਾਊਂਟੇਨ ਰੀਜਨਸ। ਜਿਹੜੇ ਮਾਊਂਟੇਨ ਰੀਜਨਸ ਹੁੰਦੇ ਨੇਗੇ ਇਹਨਾਂ ਦੇ ਵਿੱਚ ਕੀ ਹੁੰਦਾ, ਬਹੁਤ ਜ਼ਿਆਦਾ ਜਿਹੜੇ ਪਲਾਂਟਸ ਅਤੇ ਐਨੀਮਲਸ ਹੁੰਦੇ ਨੇਗੇ। ਹੈਵ ਯੂ ਸੀਨ ਦ ਕਾਈਂਡ ਆਫ ਟਰੀਜ਼ ਸ਼ੋਨ ਇਨ ਫਿਗਰ 9.6 ਫਿਗਰ ਹੈਗੀ, ਇਹਦੇ 'ਚ ਟਰੀਜ਼ ਦਿਖਾਏ ਗਏ ਨੇਗੇ ਕਿ ਤੁਸੀਂ ਇਸ ਤਰ੍ਹਾਂ ਦੀ ਟਰੀ ਕਿਤੇ ਦੇਖੀ ਹੈ ਕਿ ਵੀ ਜਿਹੜੀ ਮਾਊਂਟੇਨਸ ਦੇ ਵਿੱਚ। ਇਫ ਯੂ ਲਿਵ ਇਨ ਮਾਊਂਟੇਨ ਰੀਜਨ ਔਰ ਹੈਵ ਵਿਜ਼ਿਟਡ ਵਨ ਯੂ ਮੇ ਹੈਵ ਸੀਨ ਅ ਲਾਰਜ ਨੰਬਰ ਆਫ ਸੱਚ ਟਰੀਜ਼। ਕਹਿੰਦੇ ਜੇ ਤੁਸੀਂ ਮਾਊਂਟੇਨ ਇਲਾਕੇ 'ਚ ਰਹਿੰਦੇ ਹੋਗੇ ਜਾਂ ਤੁਸੀਂ ਉੱਥੇ ਕਦੇ ਗਏ ਹੋਗੇ ਤਾਂ ਤੁਸੀਂ ਇਸ ਤਰ੍ਹਾਂ ਦੇ ਟਰੀ ਬਹੁਤ ਜ਼ਿਆਦਾ ਦੇਖੇ ਹੋਣੇ ਵੀ ਜਿਹੜੇ ਇਸ ਤਰ੍ਹਾਂ ਦੀ ਸ਼ੇਪ ਦੇ ਹੁੰਦੇ ਆ। ਬਟ ਹੈਵ ਯੂ ਈਵਨ ਨੋਟਿਸ ਸੱਚ ਟਰੀਜ਼ ਨੈਚੁਰਲੀ ਗਰੋਇੰਗ ਇਨ ਅਦਰ ਰੀਜਨਸ। ਕਿ ਤੁਸੀਂ ਕਦੇ ਇਹ ਗੱਲ ਧਿਆਨ ਕੀਤੀ ਹੈ ਕਿ ਵੀ ਜਿਹੜੀ ਇਹ ਇੱਦਾਂ ਦੇ ਟਰੀਜ਼ ਨੇਗੇ ਇਹ ਆਮ ਦੂਸਰੇ ਜਿਹੜੇ ਇਲਾਕੇ ਨੇਗੇ ਉੱਥੇ ਵੀ ਆਪਣੇ ਆਪ ਉੱਗ ਜਾਂਦੇ ਨੇਗੇ, ਵੀ ਇੱਥੇ ਜ਼ਿਆਦਾਤਰ ਕਹਿੰਦਾ ਆਪਣੇ ਆਪ ਇਸ ਤਰ੍ਹਾਂ ਟਰੀਜ਼ ਉੱਗੇ ਹੁੰਦੇ ਨੇਗੇ ਮਾਊਂਟੇਨਸ ਦੇ ਵਿੱਚ, ਕਿ ਬਾਕੀ ਇਲਾਕਿਆਂ ਵਿੱਚ ਵੀ ਇਸ ਤਰ੍ਹਾਂ ਟਰੀਜ਼ ਉੱਗਦੇ ਹੈਗੇ। ਹਾਊ ਆਰ ਦੀਜ਼ ਟਰੀਜ਼ ਅਡੈਪਟਡ ਟੂ ਦ ਕੰਡੀਸ਼ਨਸ ਪ੍ਰੀਵੇਲਿੰਗ ਇਨ ਦੇਅਰ ਹੈਬਿਟੇਟ। ਕਹਿੰਦੇ ਹੁਣ ਜਿਹੜੇ ਇਹ ਟਰੀਜ਼ ਹੁੰਦੇ ਨੇਗੇ ਕਿਵੇਂ ਆਪਣੇ ਆਪ ਨੂੰ ਉਸ ਜਗ੍ਹਾ ਦੇ ਅਨੁਕੂਲ ਕਿਵੇਂ ਬਣਾਉਂਦੇ ਨੇ ਵੀ ਉਹ ਮਾਊਂਟੇਨਸ ਦੇ ਵਿੱਚ ਹੀ ਗਰੋ ਕਰਦੇ ਨੇਗੇ। These trees are normally cone shaped and have sloping branches। ਜਿਹੜੇ ਇਹ ਟਰੀਜ਼ ਹੁੰਦੇ ਨੇਗੇ ਇਹ ਕਿਉਂਕਿ ਕੋਨ ਸ਼ੇਪ ਦੇ ਹੁੰਦੇ ਨੇਗੇ, ਸ਼ੰਕੂ ਵਰਗੇ ਹੁੰਦੇ ਨੇਗੇ, ਜਿਹੜੀ ਇਹਨਾਂ ਦੀ ਬ੍ਰਾਂਚਸ ਹੁੰਦੀਆਂ ਨੇ ਉਹ ਕੀ ਹੁੰਦੀਆਂ ਨੇ, ਢਾਲਵੀਆਂ ਹੁੰਦੀਆਂ ਨੇ, ਸਲੋਪਿੰਗ ਹੁੰਦੀਆਂ ਨੇਗੀਆਂ। The leaves of some of these trees are needle like। ਜਿਹੜੇ ਨੇ ਪੱਤੇ ਹੁੰਦੇ ਨੇ ਉਹ ਕੀ ਹੁੰਦੇ ਨੇ, ਸੂਈਆਂ ਵਰਗੇ ਹੁੰਦੇ ਨੇਗੇ।
दिस हैल्प्स द रेन वाटर एंड स्नो टू स्लाइड ऑफ ईजली। ये इस तरह क्यों बनी ਹੁੰਦੀ ਹੈ ਕਿਉਂਕਿ ਹੁਣ ਜਿਹੜੀ ਮਾਊਂਟੇਨ ਏਰੀਆ ਉੱਥੇ ਕੀ ਬਾਰਿਸ਼ ਬਹੁਤ ਜ਼ਿਆਦਾ ਹੁੰਦੀ ਹੈਗੀ ਜਾਂ ਬਰਫ਼ ਡਿੱਗਦੀ ਹੈਗੀ, ਸੋ ਉਹਦੇ ਕਰਕੇ ਵੀ ਜਿਹੜੀ ਸਨੋ ਆ ਗਈ ਜਾਂ ਰੇਨ ਵਾਟਰ ਆ ਉਹ ਈਜ਼ਲੀ ਨੀਚੇ ਆ ਜਾਏ, ਤਾਂ ਕਰਕੇ ਉਹ ਇਸ ਤਰ੍ਹਾਂ ਦੀ ਸ਼ੇਪ 'ਚ ਬਣਾਏ ਗਏ ਹੁੰਦੇ ਨੇ। देयर कुड बी ट्रीज विद शेप्स वेरी डिफरेंट फ्रॉम दीज दैट आर ਆਲਸੋ ਪ੍ਰੈਜੈਂਟ ਔਨ ਮਾਊਂਟੇਨਸ। ਹੁਣ ਇਹਨਾਂ ਤੋਂ ਬਿਨਾਂ ਵੀ ਕਈ ਹੋਰ ਜਿਹੜੇ ਟਰੀਜ਼ ਹੁੰਦੇ ਨੇਗੇ ਜਿਨ੍ਹਾਂ ਦੀ ਸ਼ੇਪ ਇੱਦਾਂ ਦੀ ਨਹੀਂ ਹੁੰਦੀ, ਉਹ ਵੀ ਪ੍ਰੈਜੈਂਟ ਹੁੰਦੇ ਨੇਗੇ ਉੱਥੇ ਮਾਊਂਟੇਨਸ ਦੇ ਵਿੱਚ। ਦੀ ਮੇ ਹੈਵ ਡਿਫਰੈਂਟ ਕਾਈਂਡ ਆਫ ਅਡੈਪਟੇਸ਼ਨਸ ਟੂ ਸਰਵਾਈਵ ਔਨ ਦ ਮਾਊਂਟੇਨਸ। ਉਹਨਾਂ 'ਚ ਕਈ ਹੋਰ ਫੀਚਰਸ ਹੁੰਦੇ ਨੇ, ਕਈ ਹੋਰ ਗੁਣ ਹੁੰਦੇ ਨੇ ਜਿਨ੍ਹਾਂ ਕਰਕੇ ਉਹ ਆਪਣੇ ਆਪ ਨੂੰ ਉਸ ਜਗ੍ਹਾ 'ਤੇ ਰਹਿਣ ਦੇ ਅਨੁਕੂਲ ਬਣਾਉਂਦੇ ਨੇ ਉਹ ਪਲਾਂਟਸ ਦੇ ਵਿੱਚ। ਐਨੀਮਲਸ ਲਿਵਿੰਗ ਇਨ ਦ ਮਾਊਂਟੇਨ ਰੀਜਨਸ ਆਰ ਆਲਸੋ ਅਡੈਪਟਡ ਟੂ ਦ ਕੰਡੀਸ਼ਨਸ ਦੀਜ਼। ਹੁਣ ਜਿਹੜੇ ਐਨੀਮਲਸ ਹੁੰਦੇ ਨੇਗੇ ਮਾਊਂਟੇਨਸ ਰੀਜਨਸ ਦੇ ਵਿੱਚ ਰਹਿੰਦੇ ਨੇਗੇ, ਉਹਨਾਂ ਦੇ ਵਿੱਚ ਵੀ ਉਹਨਾਂ ਨੇ ਵੀ ਕੀ ਕੀਤਾ ਹੁੰਦਾ, ਆਪਣੀਆਂ ਕੰਡੀਸ਼ਨਸ ਉਸ ਜਗ੍ਹਾ 'ਤੇ ਰਹਿਣ ਵਾਸਤੇ ਅਡੈਪਟ ਕੀਤੀਆਂ ਹੁੰਦੀਆਂ ਨੇਗੀਆਂ। ਦੇ ਹੈਵ ਥਿਕ ਸਕਿਨ ਔਰ ਫਰ ਟੂ ਪ੍ਰੋਟੈਕਟ ਦੈਮ ਫਰੋਮ ਕੋਲਡ। ਹੁਣ ਜਿਹੜੇ ਉਹ ਐਨੀਮਲਸ ਹੁੰਦੇ ਨੇ ਉਹਨਾਂ ਦੀ ਕੀ ਹੁੰਦੀ, ਜਿਹੜੀ ਸਕਿਨ ਹੁੰਦੀ ਹੈਗੀ ਉਹ ਕੀ ਹੁੰਦੀ ਹੈਗੀ, ਥੋੜ੍ਹੀ ਜਿਹੀ ਮੋਟੀ ਹੁੰਦੀ ਹੈਗੀ, ਅਤੇ ਜਿਹੜੀ ਉਹਨਾਂ ਦੀ ਉਹ ਹੁੰਦੀ ਹੈਗੀ ਜਿਹੜੀ ਚਮੜੀ ਹੁੰਦੀ ਹੈਗੀ ਮੋਟੀ ਹੁੰਦੀ ਹੈਗੀ, ਅਤੇ ਉਹਨਾਂ ਦੀ ਜਿਹੜੀ ਮਤਲਬ ਉਹ ਲੂ ਹੁੰਦੇ ਨੇਗੇ ਉਹ ਵੀ ਕਾਫੀ ਜ਼ਿਆਦਾ ਹੁੰਦੇ ਨੇਗੇ, ਤਾਂ ਕਿ ਉਹ ਆਪਣੇ ਆਪ ਨੂੰ ਠੰਡ ਤੋਂ ਬਚਾ ਸਕਣ। ਫਾਰ ਐਗਜ਼ਾਮਪਲ ਜਾਕਸ ਹੈਵ ਲੌਂਗ ਹੇਅਰਸ ਟੂ ਕੀਪ ਦੈਮ ਵਾਰਮ। ਜਿਹੜੇ ਜਾਕ ਹੁੰਦੇ ਨੇ ਉਹਨਾਂ ਦੇ ਕੀ ਹੁੰਦੇ ਨੇ, ਬਹੁਤ ਲੰਬੇ ਲੰਬੇ ਵਾਲ ਹੁੰਦੇ ਨੇਗੇ, ਤਾਂ ਉਹ ਕਿਉਂ ਹੁੰਦੇ ਨੇ, ਕਿਉਂਕਿ ਉਹ ਆਪਣੇ ਆਪ ਨੂੰ ਠੰਡ ਤੋਂ ਬਚਾ ਸਕਣ। ਸਨੋ ਲੀਪਰਡ ਹੈਜ਼ ਥਿਕ ਫਰ ਔਨ ਇਟਸ ਬੋਡੀ। ਜਿਹੜਾ ਲੀਪਰਡ ਹੁੰਦਾ ਗਾ ਇਹਦੇ ਕੀ ਹੁੰਦੇ ਨੇਗੇ, ਥਿਕ ਫਰ ਹੁੰਦੇ ਨੇਗੇ, ਜਿਹੜੇ ਲੂ ਹੁੰਦੇ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇਗੇ। ਇਸ ਤਰ੍ਹਾਂ ਇਫ ਯੂ snow leopard has thick fur on its body ਇਨਕਲੂਡਿੰਗ ਫੀਟ ਐਂਡ ਟੋਸ। ਉਹਦੇ ਜਿਹੜੇ ਪੈਰ ਹੁੰਦੇ ਨੇ ਜਾਂ ਪੈਰਾਂ ਦੇ ਜਿਹੜੇ ਪੈਰਾਂ ਦੇ ਅੰਗੂਠੇ ਉਹ ਹੁੰਦੇ ਨੇਗੇ, ਉਹਦੇ ਟੋਸ ਵਗੈਰਾ ਹੁੰਦੇ ਨੇਗੇ, ਉਹਦੇ 'ਤੇ ਵੀ ਕੀ ਹੁੰਦੇ ਨੇ, ਫਰ ਹੁੰਦੇ ਨੇਗੇ ਉਹਨੂੰ ਠੰਡ ਤੋਂ ਬਚਾਉਣ ਦੇ ਲਈ। ਦਿਸ ਪ੍ਰੋਟੈਕਟ ਇਟਸ ਫੀਟ ਫਰੋਮ ਦ ਕੋਲਡ ਵੈਨ ਇਟ ਵਾਕ ਔਨ ਦ ਸਨੋ। ਜਦੋਂ ਬਰਫ਼ 'ਤੇ ਤੁਰਦੇ ਨੇ ਤਾਂ ਉਹ ਸਨੋ ਤੋਂ ਬਚ ਜਾਂਦੇ ਨੇਗੇ, ਠੰਡ ਤੋਂ ਬਚ ਜਾਂਦੇ ਨੇਗੇ। ਦ ਮਾਊਂਟੇਨ ਗੋਟ ਹੈਜ਼ ਸਟਰੋਂਗ ਹੂਵਸ ਫਾਰ ਰਨਿੰਗ ਅਪ ਦ ਰੌਕੀ ਸਲੋਪਸ ਆਫ ਦ ਮਾਊਂਟੇਨਸ। ਹੁਣ ਜਿਹੜੀਆਂ ਪਹਾੜੀ ਬੱਕਰੀਆਂ ਹੁੰਦੀਆਂ ਨੇਗੀਆਂ ਉਹਨਾਂ ਦੇ ਕੀ ਹੁੰਦਾ ਗਾ, ਬਹੁਤ ਜ਼ਿਆਦਾ ਸਖਤ ਹੂਵਸ ਹੁੰਦੇ ਨੇ। ਹੂਵਸ ਕੀ ਹੁੰਦੇ ਨੇ, ਖੁਰ। ਜਿਹੜੇ ਖੁਰ ਹੁੰਦੇ ਨੇ ਉਹ ਬਹੁਤ ਜ਼ਿਆਦਾ ਸਖਤ ਹੁੰਦੇ ਨੇਗੇ, ਤਾਂ ਕਿ ਉਹਨਾਂ ਨੂੰ ਜਿਹੜੇ ਪੱਥਰ ਜਿਹੜੇ ਮਤਲਬ ਰੌਕੀ ਸਲੋਪਸ ਨੇਗੇ, ਜਿਹੜੀਆਂ ਪੱਥਰ ਵਾਲੀਆਂ ਢਲਾਣਾਂ ਹੁੰਦੀਆਂ ਨੇ, ਤੁਰਨਾ ਉਹਨਾਂ ਨੂੰ ਭੱਜਣਾ ਕਿਉਂ ਜੇ ਸੌਖਾ ਹੋ ਜੀ। As we go up in the mountains region, the surrounding change and we see different kind of adaptations at different height। ਜਿਵੇਂ ਜਿਵੇਂ ਕਹਿੰਦੇ ਸੀ ਉੱਪਰ ਜਾਂਦੇ ਨੇ ਨੀਚੇ ਆਉਣੇ, ਜਿਵੇਂ ਜਿਵੇਂ ਹਾਈਟ ਜਿਹੜੀ ਚੇਂਜ ਹੁੰਦੀ ਹੈ ਮਾਊਂਟੇਨਸ ਦੀ, ਉਸ ਤਰ੍ਹਾਂ ਜਿਹੜੇ ਪਲਾਂਟਸ ਅਤੇ ਐਨੀਮਲਸ ਉਹਨਾਂ ਦੀ ਅਡੈਪਟੇਸ਼ਨ ਵੀ ਕੀ ਹੁੰਦੀ ਹੈਗੀ, ਚੇਂਜ ਹੁੰਦੀ ਹੈਗੀ। ਉਸ ਤੋਂ ਅਸੀਂ ਪੜ੍ਹਦੇ ਹਾਂ ਗ੍ਰਾਸਲੈਂਡਸ। ਗ੍ਰਾਸਲੈਂਡਸ ਕੀ ਹੁੰਦੇ ਨੇਗੇ ਵੀ ਉੱਥੇ ਕਿੱਦਾਂ ਦੇ ਐਨੀਮਲਸ ਰਹਿੰਦੇ ਨੇਗੇ, ਅਤੇ ਉਸ ਤੋਂ ਬਾਅਦ ਅਸੀਂ ਇਕੁਐਟਿਕਸ ਬਾਰੇ ਪੜ੍ਹਨਾ ਗਾ। ਪਹਿਲਾਂ ਗ੍ਰਾਸਲੈਂਡਸ ਬਾਰੇ ਪੜ੍ਹਦੇ ਹਾਂ। ਅ ਲਾਇਨ ਲਿਵਸ ਇਨ ਫੋਰੈਸਟ ਔਰ ਗ੍ਰਾਸਲੈਂਡ ਐਂਡ ਇਜ਼ ਸਟਰੋਂਗ ਐਨੀਮਲ ਦੈਟ ਕੈਨ ਹੰਟ ਐਂਡ ਕਿਲ ਐਨੀਮਲਸ ਲਾਈਕ ਡੀਅਰ। ਕਹਿੰਦੇ ਜਿਹੜੇ ਮੈਦਾਨੀ ਘਾਹ ਦੇ ਮੈਦਾਨ ਹੁੰਦੇ ਨੇ ਉਹਨਾਂ 'ਚ ਕੀ ਰਹਿੰਦੇ ਹੁੰਦੇ ਨੇਗੇ, ਜਿਹੜੇ ਫੋਰੈਸਟ ਵਗੈਰਾ ਹੋ ਗਏ, ਗ੍ਰਾਸਲੈਂਡ ਹੋ ਗਏ, ਇੱਥੇ ਕੀ ਨਹੀਂ ਬਹੁਤ ਜ਼ਿਆਦਾ ਸਟਰੋਂਗ ਐਨੀਮਲ ਜਿਵੇਂ ਲਾਇਨ ਹੋ ਗਿਆ, ਇਹ ਕੀ ਉੱਥੇ ਰਹਿੰਦਾ ਹੈਗਾ। ਇਟਸ ਲਾਈਟ ਬਰਾਊਨ ਇਨ ਕਲਰ। ਇਹ ਕੀ ਹੁੰਦਾ ਗਾ, ਭੂਰੇ ਕਲਰ ਦਾ ਹੁੰਦਾ। ਲੁੱਕ ਐਟ ਦ ਪਿਕਚਰ ਆਫ ਦ ਲਾਇਨ ਐਂਡ ਦੈਟ ਆਫ ਡੀਅਰ। ਇੱਥੇ ਡੀਅਰ ਅਤੇ ਜਿਹੜੇ ਲਾਇਨ ਆ ਉਹ ਜ਼ਿਆਦਾ ਹੁੰਦੇ ਨੇ ਗ੍ਰਾਸਲੈਂਡਸ ਦੇ ਵਿੱਚ। ਹਾਊ ਆਰ ਦੀ ਆਈਜ਼ ਪਲੇਸਡ ਇਨ ਦ ਫੇਸ ਫਾਰ ਦੀਜ਼ ਟੂ ਐਨੀਮਲਸ। ਇਹਨਾਂ ਦੀ ਜਿਹੜੀਆਂ ਆਈਜ਼ ਕਿੱਦਾਂ ਦੀਆਂ ਹੁੰਦੀਆਂ ਨੇ ਵੀ ਦੇਖੋ, ਜਿਹੜਾ ਹੁਣ ਲਾਇਨ ਆ ਉਹਦੀਆਂ ਆਈਜ਼ ਕੀ ਨੇਗੇ, ਫਰੰਟ 'ਤੇ ਨੇ ਬਿਲਕੁਲ, ਅਤੇ ਜਿਹੜਾ ਹੁਣ ਦੂਸਰਾ ਡੀਅਰ ਹੈਗਾ ਉਹਦੀਆਂ ਜਿਹੜੀਆਂ ਆਈਜ਼ ਨੇਗੀਆਂ ਉਹ ਕੀ ਨੇਗੀਆਂ, ਸਾਈਡ 'ਤੇ ਨੇਗੀਆਂ। ਆਰ ਦੇ ਇਨ ਦ ਫਰੰਟ ਔਨ ਦ ਸਾਈਡ ਆਫ ਦ ਫੇਸ। ਕਹਿੰਦੇ ਇਹਨਾਂ ਦੇ ਕੀ ਨੇ, ਜਿਹੜੀਆਂ ਆਈਜ਼ ਨੇਗੀਆਂ ਉਹ ਅੱਗੇ ਨੇਗੀਆਂ ਜਾਂ ਸਾਈਡ 'ਤੇ ਨੇਗੀਆਂ। ਲਾਇਨ ਹੈਵ ਲੌਂਗ ਕਲਾਸ ਇਨ ਦੇਅਰ ਫਰੰਟ ਲੈਗਸ ਦੈਟ ਕੈਨ ਬੀ ਵਿਦਡਰਾਨ ਇਨਸਾਈਡ ਦ ਟੂਸ। ਉਹਦੇ ਕੀ ਹੁੰਦੇ ਨੇ, ਕਾਫੀ ਲੰਬੇ ਪੰਜੇ ਹੁੰਦੇ ਨੇ। ਡੂ ਦ ਫੀਚਰਸ ਆਫ ਦ ਲਾਇਨ ਹੈਲਪ ਇਟ ਇਨ ਐਨੀ ਵੇ ਟੂ ਸਰਵਾਈਵ। ਕਹਿੰਦੇ ਜਿਹੜੇ ਹੁਣ ਇੱਥੇ ਫੀਚਰਸ ਹੁੰਦੇ ਨੇ ਲਾਇਨ ਦੇ ਵਿੱਚ, ਉਹਦੀਆਂ ਅੱਖਾਂ ਕੀ ਹੁੰਦੀਆਂ ਨੇ, ਅੱਗੇ ਨੂੰ ਹੁੰਦੇ ਨੇ, ਉਹਦੇ ਜਿਹੜੇ ਕਲਾਸ ਹੁੰਦੇ ਨੇ, ਪੰਜੇ ਕਾਫੀ ਲੰਬੇ ਹੁੰਦੇ ਨੇ, ਇਹ ਕੀ ਕਰਦੇ ਨੇ, ਉਹਨੂੰ ਹੈਲਪ ਕਰਦੇ ਨੇ ਉਹਦੇ ਸਰਵਾਈਵ ਕਰਨ ਵਿੱਚ ਉਸ ਜਗ੍ਹਾ 'ਤੇ। ਇਟ ਇਜ਼ ਲਾਈਟ ਬਰਾਊਨ ਕਲਰ ਹੈਲਪ ਇਟ ਟੂ ਹਾਈਡ ਇਨ ਡਰਾਈ ਗ੍ਰਾਸਲੈਂਡ ਵੈਨ ਇਟ ਹੰਟਸ ਫਾਰ ਪ੍ਰੇ। ਪ੍ਰੇ ਕੀ ਹੁੰਦਾ ਗਾ, ਸ਼ਿਕਾਰ। ਕਹਿੰਦੇ ਜਦੋਂ ਇਹ ਜਿਹੜਾ ਲਾਈਟ ਬਰਾਊਨ ਕਲਰ ਹੁੰਦਾ, ਹਲਕਾ ਭੂਰਾ ਕਲਰ ਹੁੰਦਾ ਗਾ, ਉਹਨੂੰ ਕੀ ਹੈਲਪ ਕਰਦਾ ਗਾ ਵੀ ਜਦੋਂ ਉਹ ਗ੍ਰਾਸਲੈਂਡ ਦੇ ਵਿੱਚ ਆਪਣੀ ਪ੍ਰੇ ਨੂੰ ਲੱਭਦਾ ਗਾ ਤਾਂ ਉਹ ਕੀ ਉਹਨੂੰ ਨਜ਼ਰ ਨਹੀਂ ਆਉਂਦਾ ਗਾ, ਉਹਨੂੰ ਲੁਕੋ ਉਹਦੇ ਗ੍ਰਾਸ ਦੇ ਵਿੱਚ ਹੀ ਮਿਲ ਜਾਂਦਾ ਗਾ। The eyes in front of the face allow it to have a correct idea about the location of its prey।
ਜਿਹੜੀਆਂ ਇਹਦੀਆਂ ਅੱਖਾਂ ਹੁੰਦੀਆਂ ਨੇਗੀਆਂ, ਆਈਜ਼ ਹੁੰਦੀਆਂ ਨੇ ਬਿਲਕੁਲ ਫਰੰਟ 'ਤੇ ਹੁੰਦੀਆਂ ਨੇਗੀਆਂ, ਤਾਂ ਕਿ ਉਹ ਆਪਣੀ ਜਿਹੜਾ ਪ੍ਰੇ ਹੈਗਾ ਉਹ ਬਹੁਤ ਈਜ਼ਲੀ ਉਹਦੀ ਲੋਕੇਸ਼ਨ ਨੂੰ ਦੇਖ ਸਕੇ। ਅ ਡੀਅਰ ਇਜ਼ ਅਨਦਰ ਐਨੀਮਲ ਦੈਟ ਲਿਵਸ ਇਨ ਫੋਰੈਸਟ ਐਂਡ ਗ੍ਰਾਸਲੈਂਡਸ। ਹੁਣ ਡੀਅਰ ਹੈਗਾ ਜਿਹੜਾ ਦੂਸਰਾ ਐਨੀਮਲ ਹੈਗਾ ਜਿਹੜਾ ਉੱਥੇ ਗ੍ਰਾਸਲੈਂਡਸ ਅਤੇ ਫੋਰੈਸਟ ਵਿੱਚ ਰਹਿੰਦਾ ਗਾ। ਇਟ ਹੈਜ਼ ਸਟਰੋਂਗ ਟੀਥ, ਇਹਦੇ ਜਿਹੜੇ ਫਾਰ ਚੂਇੰਗ ਹਾਰਡ ਪਲਾਂਟਸ ਸਟੈਮਸ ਆਫ ਦ ਫੋਰੈਸਟ। ਹੁਣ ਇਹਦੇ ਵਿੱਚ ਕੀ ਹੁੰਦਾ, ਜਿਹੜੇ ਦੰਦ ਹੁੰਦੇ ਨੇ ਬਹੁਤ ਜ਼ਿਆਦਾ ਤਿੱਖੇ ਹੁੰਦੇ ਨੇਗੇ, ਤਾਂ ਕਿ ਜਿਹੜੇ ਸਖਤ ਸਟੈਮਸ ਆ ਉਹਨਾਂ ਨੂੰ ਉਹ ਖਾ ਸਕੇ ਪਲਾਂਟਸ ਦੀਆਂ ਨੂੰ। ਅ ਡੀਅਰ ਨੀਡਸ ਟੂ ਨੋ ਅਬਾਊਟ ਦ ਪ੍ਰੈਜੈਂਸ ਆਫ ਪ੍ਰੈਡੇਟਰ। ਪ੍ਰੈਡੇਟਰ ਕੀ ਹੁੰਦਾ, ਜਿਹੜਾ ਲਾਇਨ ਹੋ ਗਿਆ ਕਿ ਉਹ ਪ੍ਰੈਡੇਟਰ ਹੋ ਗਿਆ, ਜਿਹੜਾ ਸ਼ਿਕਾਰ ਕਰਦਾ ਗਾ। ਇਨ ਆਰਡਰ ਟੂ ਰਨ ਅਵੇ ਫਰੋਮ ਦੈਮ ਐਂਡ ਨਾਟ ਬਿਕਮ ਦੇਅਰ ਪ੍ਰੇ। ਜਿਹੜਾ ਹੁਣ ਡੀਅਰ ਹੁੰਦਾ ਗਾ ਉਹਨੂੰ ਕੀ ਜ਼ਰੂਰਤ ਹੁੰਦੀ ਹੈਗੀ ਵੀ ਉਹਨੂੰ ਛੇਤੀ ਪਤਾ ਲੱਗ ਜਾਏ ਪ੍ਰੈਡੇਟਰ ਦਾ, ਵੀ ਉਹਦੇ ਜਿਹੜਾ ਸ਼ਿਕਾਰ ਹੈਗਾ ਉਹ ਸ਼ਿਕਾਰੀ ਜਿਹੜਾ ਕਿੱਥੇ ਆ ਰਿਹਾ ਹੈਗਾ, ਅਤੇ ਉਹ ਤੋਂ ਬਚ ਕੇ ਨਿਕਲ ਜੇ। ਅਤੇ ਇਟ ਹੈਜ਼ ਲੌਂਗ ਈਅਰਸ ਟੂ ਹੀਅਰ ਮੂਵਮੈਂਟਸ ਆਫ ਪ੍ਰੈਡੇਟਰ। ਉਹਦੇ ਕੀ ਹੁੰਦੇ ਨੇ, ਜਿਹੜੇ ਕੰਨ ਹੁੰਦੇ ਨੇ ਕਾਫੀ ਲੰਬੇ ਹੁੰਦੇ ਨੇਗੇ ਡੀਅਰ 'ਤੇ, ਤਾਂ ਕਿ ਉਹ ਈਜ਼ਲੀ ਸੁਣ ਸਕੇ ਉਹਦੀਆਂ ਆਵਾਜ਼ਾਂ ਨੂੰ ਪ੍ਰੈਡੇਟਰ ਦੀਆਂ ਨੂੰ। The eyes on the side of its head allow it to look in all directions for danger। ਹੁਣ ਜਿਹੜੀਆਂ ਇਹਦੀਆਂ ਆਈਜ਼ ਹੁੰਦੀਆਂ ਨੇ ਸਾਈਡਸ 'ਤੇ ਹੁੰਦੀਆਂ ਨੇ, ਤਾਂ ਕਿ ਉਹ ਸਾਰੇ ਪਾਸੋਂ ਦੇਖ ਲਏ ਵੀ ਜਿਹੜੇ ਕਿਹੜੇ ਪਾਸੇ ਉਹਨੇ ਭੱਜਣਾ ਜਾਂ ਕਿਹੜੇ ਪਾਸੇ ਖਤਰਾ ਨਹੀਂ ਹੈਗਾ ਗਾ। ਦ ਸਪੀਡ ਆਫ ਦ ਡੀਅਰ ਹੈਲਪ ਦੈਮ ਟੂ ਰਨ ਅਵੇ ਫਰੋਮ ਦ ਪ੍ਰੈਡੇਟਰ। ਹੁਣ ਉਹਦੀ ਸਪੀਡ ਵੀ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈਗੀ, ਜਿਹਦੇ ਕਰਕੇ ਉਹ ਪ੍ਰੈਡੇਟਰ ਤੋਂ ਸ਼ਿਕਾਰ ਤੋਂ ਕੀ ਆ ਬਚਦਾ ਗਾ। ਇਸ ਤਰ੍ਹਾਂ ਜਿਹੜੇ ਅਸੀਂ ਦੋਨੇ ਐਨੀਮਲਸ ਦੇਖੀਏ, ਪਲਾਂਟਸ ਦੇ ਜਿਹੜੇ ਲਾਇਨ ਅਤੇ ਡੀਅਰ ਦੋਨੋਂ 'ਚ ਕੀ ਸੀ, ਆਪਦੇ ਫੀਚਰ ਸੀਗੇ, ਵੀ ਜਿਹੜਾ ਲਾਇਨ ਸੀ ਉਹਦੀ ਇਸ ਤਰ੍ਹਾਂ ਛੇਤੀ ਪਕੜ ਲਈ ਉਹਨੂੰ ਡੀਅਰ ਨੂੰ ਜਾਂ ਕਿਸੇ ਹੋਰ ਐਨੀਮਲ ਨੂੰ, ਅਤੇ ਡੀਅਰ 'ਚ ਕਿੱਦਾਂ ਦੇ ਸੀ ਵੀ ਕਿ ਉਹ ਛੇਤੀ ਆਪਣੇ ਆਪ ਨੂੰ ਬਚਾ ਲਏ ਕਿਸੇ ਹੋਰ ਐਨੀਮਲ ਤੋਂ। There are many other features of a lion or deer or other animals and plants that help them to survive in their habitat। ਹੁਣ ਕਹਿੰਦੇ ਇਹਨਾਂ 'ਚ ਹੋਰ ਵੀ ਕਈ ਫੀਚਰ ਹੁੰਦੇ ਨੇਗੇ ਐਨੀਮਲਸ ਦੇ ਜਾਂ ਪਲਾਂਟਸ ਦੇ ਵਿੱਚ, ਤਾਂ ਕਿ ਉਹ ਉੱਥੇ ਸਰਵਾਈਵ ਕਰ ਸਕਣ। ਚਲੋ ਜੀ, ਅੱਗੇ ਅਸੀਂ ਜਿਹੜੇ ਇਕੁਆਟਿਕ ਹੈਬਿਟੇਟ ਬਾਰੇ ਪੜ੍ਹਨਾ ਗਾ ਉਹਨੂੰ ਅਸੀਂ ਅਗਲੀ ਵੀਡੀਓ 'ਚ ਕੰਟੀਨਿਊ ਕਰ ਦਿਆਂਗੇ।